ਗਿਆਨੀ ਕੈ ਮਿੱਤਰ ਸੱਤਰ ਸਮਾਨ। ਬ੍ਰਹਮ ਗਿਆਨੀ ਲਈ ਮਿੱਤਰ ਛੱਤਰ ਨਹੀਂ, ਕਿਉਂਕਿ ਮਿੱਤਰ ਅਤੇ ਸ਼ਤਰੂ ਮਾਇਆ ਵਿੱਚ ਹੈ। ਬ੍ਰਹਮ ਦੇ ਵਿੱਚ ਕੋਈ ਮਿੱਤਰ ਨਹੀਂ, ਕੋਈ ਸ਼ਤਰੂ ਨਹੀਂ, ਇੱਕੋ ਹੀ ਜੈਸਾ ਹੁੰਦਾ ਸਾਰਾ ਕੁਝ। ਸੋ ਇਹ ਅਕਾਲ ਪੁਰਖ ਵਾਹਿਗੁਰੂ ਦੀ ਨਿਗਾਹ ਵਿੱਚ ਕੋਈ ਮਿੱਤਰ ਜਾਂ ਸ਼ਤਰੂ ਆਦਿਕ ਦੀ ਕੋਈ ਗੱਲ ਨਹੀਂ ਹੈ। ਇਹ ਤਾਂ ਸਿਰਫ ਸਧਾਰਨ ਵਿਅਕਤੀ ਜਿਹੜੇ ਨੇ, ਸੰਸਾਰ ਦੇ ਜੀਵ ਨੇ, ਇਹਨਾਂ ਵਾਸਤੇ ਇਹ ਮੇਰਾ ਮਿੱਤਰ ਹੈ, ਮੇਰਾ ਦੁਸ਼ਮਣ ਹੈ, ਉਹਨਾਂ ਦੇ ਮਨ ਦੇ ਅੰਦਰ ਐਸਾ ਆਉਂਦਾ। ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਦੇ ਹਿਰਦੇ ਦੇ ਵਿੱਚ ਹੰਕਾਰ ਨਹੀਂ ਹੁੰਦਾ, ਹਮੇਸ਼ਾ ਨਿਮਰਤਾ ਹੁੰਦੀ ਹੈ। ਜੇ ਪਰਖਣਾ ਹੋਵੇ, ਵੈਸੇ ਤਾਂ ਆਪਾਂ ਉਹਨਾਂ ਦੀ ਪਰਖ ਲੈਣ ਦੇ ਯੋਗ ਨਹੀਂ ਹੁੰਦੇ, ਜੇ ਕਦੇ ਪਰਖਣਾ ਵੀ ਪੈ ਜੇ ਉਹਨਾਂ ਨੂੰ ਤਾਂ ਬਿਲਕੁਲ ਪੂਰੇ ਉਤਰਦੇ ਨੇ ਆਪਣੀ ਕਸਵੱਟੀ ਦੇ ਉੱਤੇ। ਇੰਨੀ ਸ਼ਕਤੀ ਦੇ ਮਾਲਕ ਹੁੰਦਿਆਂ ਹੋਇਆਂ ਵੀ ਉਹਨਾਂ ਦੇ ਅੰਦਰ ਬਹੁਤ ਨਿਮਰਤਾ ਹੁੰਦੀ ਹੈ। ਬੜੇ ਉੱਚ ਕੋਟੀ ਦੇ ਮਹਾਨ ਬ੍ਰਹਮ ਗਿਆਨ ਦੇ ਵਿੱਚ ਸੰਪੂਰਨ ਬਾਬਾ ਮਿੱਤ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਮਾਤਾ ਸਾਹਿਬ ਕੌਰ ਦੇ ਸਥਾਨ ਤੇ ਭਾਰੀ ਸੇਵਾ ਕੀਤੀ ਹੈ। ਉਹ ਸੰਪੂਰਨਤਾ ਵਿੱਚ ਚਲੇ ਗਏ। ਉਹਨਾਂ ਨੇ ਕਦੇ ਵੀ ਲੰਗਰ ਵਰਤਾਉਂਦਿਆਂ ਦੂਜੇ ਨੂੰ ਨਹੀਂ ਕਹਿਣਾ ਭਾਈ ਤੂੰ ਵੀ ਵਰਤਾ ਆ ਕੇ, ਪਰ ਜਿੰਨੀ ਸੰਗਤ ਬੈਠ ਗਈ ਆ ਕੇ, ਉਹਨਾਂ ਨੇ ਆਪਣੇ ਆਪ ਹੀ ਬਰਤਨ ਚੁੱਕਣੇ, ਵਰਤਾਉਣ ਲੱਗ ਜਾਣਾ। ਦੂਜਿਆਂ ਨੇ ਦੇਖ ਕੇ ਦੌੜਨਾ ਕਿ ਵੀ ਉਹ ਆਪ ਲੰਗਰ ਵਰਤਾ ਰਹੇ ਨੇ। ਨਿਮਰਤਾ ਬਹੁਤ ਜ਼ਿਆਦਾ ਹੁੰਦੀ। ਇੱਕ ਸਧਾਰਨ ਵਿਅਕਤੀ ਦੀ ਨਿਮਰਤਾ ਤਾਂ ਨਿਮਰਤਾ ਹੀ ਹੈ, ਕਿਉਂਕਿ ਜਿਹਦੇ ਕੋਲ ਹੈ ਹੀ ਕੁਛ ਨਹੀਂ, ਉਹ ਤਾਂ ਹੈ ਨਿਮਰਤਾ, ਉਹ ਤਾਂ ਵੱਡੀ ਗੱਲ ਨਹੀਂ ਗਿਣੀ ਜਾਂਦੀ। ਪਰ ਜਿਹਦੇ ਕੋਲ ਇੰਨੀ ਵੱਡੀ ਤਾਕਤ ਹੋਵੇ ਕਿ ਤਿੰਨਾਂ ਲੋਕਾਂ ਦਾ ਮਾਲਕ ਬਣਿਆ ਹੋਵੇ, ਉਹ ਸ਼ਕਤੀ ਦੇ ਨਾਲ ਭਰਪੂਰ ਹੋਵੇ ਤੇ ਫਿਰ ਉਹਦੇ ਅੰਦਰ ਨਿਮਰਤਾ ਆਵੇ, ਉਹ ਇੱਕ ਬਹੁਤ ਵੱਡੀ ਗੱਲ ਹੈ। ਬ੍ਰਹਮ ਗਿਆਨੀ ਉੱਚ ਤੇ ਉੱਚਾ। ਬ੍ਰਹਮ ਗਿਆਨੀ ਉੱਚਿਆਂ ਤੋਂ ਵੀ ਉੱਚਾ ਹੈ, ਸਾਰਿਆਂ ਤੋਂ ਉੱਚਾ ਪਰਮੇਸ਼ਰ ਦੇ ਵਿੱਚ ਲੀਨ ਹੋਇਆ ਹੈ। ਪਰ ਉਹਦਾ ਮਨ ਕਿੱਥੇ ਹੈ? ਮਨ ਆਪਣਾ ਹੈ ਸਭ ਤੇ ਨੀਚਾ। ਪਰ ਉਹ ਆਪਣੇ ਮਨ ਦੇ ਅੰਦਰ ਸਾਰਿਆਂ ਨਾਲੋਂ ਨੀਵਾਂ ਗਿਣਦਾ ਆਪਣੇ ਆਪ ਨੂੰ। ਉਹ ਕਹਿੰਦਾ ਬਾਕੀ ਦੇ ਸਭ ਵੱਡੇ ਨੇ, ਮੈਂ ਨੀਵਾਂ ਹਾਂ, ਕਿਉਂਕਿ ਉਹਦੇ ਅੰਦਰ ਨਿਮਰਤਾ ਹੀ ਇੰਨੀ ਆ ਜਾਂਦੀ ਹੈ। ਸਭ ਤੋਂ ਵੱਧ ਨਿਮਰਤਾ ਪਰਮਾਤਮਾ ਦੇ ਵਿੱਚ ਹੈ। ਸਭ ਤੋਂ ਵੱਧ ਨਿਮਰਤਾ ਸਤਿਗੁਰੂ ਮਹਾਰਾਜ ਦੇ ਵਿੱਚ ਹੈ। ਇਸੇ ਪ੍ਰਕਾਰ ਕਿਉਂਕਿ ਅਕਾਲ ਪੁਰਖ ਹੀ ਸਤਿਗੁਰੂ ਦੇ ਵਿੱਚ ਬੈਠੇ ਨੇ ਅਤੇ ਅਕਾਲ ਪੁਰਖ ਹੀ ਬ੍ਰਹਮ ਗਿਆਨੀ ਵਿੱਚ ਬੈਠੇ ਹੁੰਦੇ ਨੇ, ਤਾਂ ਤੇ ਉਹ ਆਪਣੇ ਆਪ ਨੂੰ ਇੰਨਾ ਨੀਵਾਂ ਸਮਝਦੇ ਸਭ ਤੋਂ ਕਿ ਨਿਮਰਤਾ ਨਾਲ ਜਗਤ ਦੀ ਸੇਵਾ ਕਰਦੇ ਨੇ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਉਹ ਜੀਵ ਬਣਦੇ ਨੇ ਜਿਨ੍ਹਾਂ ਉੱਤੇ ਆਪ ਵਾਹਿਗੁਰੂ ਕਿਰਪਾ ਕਰ ਦੇਣ, ਆਪ ਬਣਾ ਦੇਣ। ਬ੍ਰਹਮ ਦਾ ਗਿਆਨ, ਕਿਉਂਕਿ ਬਹੁਤ ਵੱਡਾ ਬ੍ਰਹਮ ਦਾ ਗਿਆਨ ਹੈ, ਛੋਟਾ ਗਿਆਨ ਨਹੀਂ। ਹਰੇਕ ਚੀਜ਼ ਦੀ ਹੱਦ ਹੈ। ਪੜ੍ਹਾਈਆਂ ਕਰਦੇ ਇਨਸਾਨ ਕਦੇ ਨਾ ਕਦੇ ਤਾਂ ਹੱਦ ਆ ਜਾਂਦੀ ਪੜ੍ਹਾਈ ਦੀ, ਬਸ ਇਹ ਤੋਂ ਅੱਗੇ ਕੋਈ ਡਿਗਰੀ ਨਹੀਂ ਹੈ। ਹਰੇਕ ਚੀਜ਼ ਦੀ ਹੱਦ ਹੈ, ਪਰ ਬ੍ਰਹਮ ਦੀ ਕੋਈ ਹੱਦ ਨਹੀਂ ਹੈ। ਬ੍ਰਹਮ ਦੇ ਵਿੱਚ ਤਾਂ ਜਿੰਨਾ ਵੱਧ ਗਿਆ ਉਨਾ ਹੀ, ਜਿੰਨੀ ਉੱਚੀ ਅਵਸਥਾ ਹੋ ਗਈ, ਜਿੰਨੇ ਉੱਚੇ ਚਲੇ ਗਏ, ਉਹ ਅੱਗੇ ਜਾ ਕੇ ਫਿਰ ਉਵੇਂ ਹੀ ਲੱਗਦਾ ਵੀ ਇਹ ਤਾਂ ਹਲੇ ਬਹੁਤ ਵੱਡਾ ਹੈ। ਇਹ ਤਾਂ ਵਾਹਿਗੁਰੂ ਹੀ ਕਿਸੇ ਨੂੰ ਬ੍ਰਹਮ ਗਿਆਨ ਦਾ ਪੂਰਾ ਸੰਪੂਰਨ ਗਿਆਨ ਦੇ ਦੇਣ ਤਾਂ ਪਤਾ ਲੱਗਦਾ। ਸਤਿਗੁਰੂ ਦੀ ਕਿਰਪਾ ਦਾ ਸਦਕਾ ਹੀ ਬ੍ਰਹਮ ਗਿਆਨ ਹੋਵੇ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਚੀਨਾ ਤੋਂ ਭਾਵ ਜਾਣਿਆ ਹੈ ਬ੍ਰਹਮ ਗਿਆਨੀ ਨੇ ਆਤਮਕ ਰਸ ਨੂੰ। ਆਤਮਕ ਰਸ ਆਪਣੇ ਅੰਦਰ ਹੈ, ਹੁਣ ਵੀ ਹੈ, ਸਾਰਿਆਂ ਦੇ ਅੰਦਰ ਹੈ। ਪਰ ਆਤਮਕ ਰਸ ਨੂੰ ਜਾਣਨਾ ਬਹੁਤ ਮਿਹਨਤ ਦਾ ਕੰਮ ਹੈ। ਕਈ ਵਾਰ ਆਪਾਂ ਮਹਾਰਾਜ ਦਸਵੇਂ ਪਾਤਸ਼ਾਹ ਦੀਆਂ ਪੰਕਤੀਆਂ ਯਾਦ ਕਰਦੇ ਹਾਂ ਕਿ ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ,
प्रभ मैं मोह मैं तास मैं रंचक नाही भेव। ब्रह्म ज्ञानी जिहड़ा हुंदा है वो आत्मक रस दे विच डुੱਬ जांदा, लीन हो जाता। इसे करके ब्रह्म ज्ञानी सगल की रीना है, सारियां दी चरण धूड़ बन जाता। ब्रह्म ज्ञानी भी जोड़े झाड़ दे संगतां दे जदों भी मौका लग जाए भांडे मांजने, जोड़े झाड़ने, झाड़ू देना, क्योंकि इस चीज़ नूं आम संसारी बंदा नहीं समझ सकिया कि इहदे विच की गुझा भेद है। जिन्हों पता लग जाए कि गुरु घर दे विच जिहड़ी दात है वो उपरों नहीं मिलती, वो थल्लों मिलती, जोड़ियां विचों, संगत दे दरियां झाड़न विचों सब कुछ मिलता। जिथे संगत बैठती है उत्थों की चरण धूड़ी लैनी है। तो महाराज कहने ब्रह्म ज्ञानी सारियां दी चरण धूड़ी हैं, बन के रहने चरण धूड़ी हरेक दी। साधारण व्यक्ति अपने आप को बहुत बड़ा समझण लग जाता, पर ब्रह्म ज्ञानी नहीं, वो अपने आप को हमेशा नीवां ही समझदा। इन्नी निमरता लियाउणी बहुत औखी है, पर फिर भी कोशिश आपां नूं करनी चाहिए है कि नीवां रहां, निमरता विच रहां, कदे अपने आप को जणावां ना। संसार की आदत हुंदी हमेशा अपने आप को जणाउणा, सेवा करके जनाउणी, सिमरन करके जनाउणा, मेरी हरेक गल का पता लगे, लोगों में मेरा पता लगे। महाराज कहने ये ना करया करो, ऐसी सेवा होवे किसी को पता ही ना लगे, ऐसा सिमरन होवे कि गुप्ती होवे। बाहरों अपने आप को होर दिखाउणा ते अंदरों संसार के लोग जिहड़े उल्ट चलते हैं, बाहरों चंगा दिखाउंदे ने, जीओ मैले बाहरों निर्मल, पर रब दे प्यारे कहते ने बाहरों मैं मैला रहा ते अंदरों निर्मल रहा, ताकि किसी को पता ना लगे। जिन पट अंदर बाहर गुदड़ ते भले संसार, तिन नेहो लगा रब सेती देखने विचार। रंग हसै रंग रोवै चुप भी कर जाए, परवाह नाही किसै केरी बाज सच्चे नाह। सो इस करके वो हमेशा निम्रता विच ही रहंदे। ब्रह्म ज्ञानी की सब ऊपर माया, ब्रह्म ज्ञानी की सारियां उत्ते हमेशा ही कृपा हुंदी, क्योंकि उन्होंने तो सारियां विच ब्रह्म ही नजर आउंदा। इस करके उन्होंने दे अंदर वैर नहीं हुंदा कदे भी। संसारी मनुख वैर करदा, खिजदा, खपदा, अपने आप ही वैर करके थले डिग पैंदा। पर ब्रह्म ज्ञानी जिहड़े ने वो वैर ही नहीं करते जदों किसी नाल, इस करके वो अपनी जगह के उत्ते टिके रहंदे ने। संसारी बंदा ब्रह्म ज्ञानी नाल वैर कर करके अपने आप ही खप जाता। ब्रह्म ज्ञानी ते कुछ बुरा ना पाया, ब्रह्म ज्ञानी कोलों कदे कुछ बुरा हुंदा ही नहीं। ब्रह्म ज्ञानी के चरणों थले आके जे कोई कीड़ा मर जाए, वैसे तो आम बंदे नूं पाप लगता भी ये गलती हो गई ये तो, पर जे वो चरणों थले आके मर गया ओदा भला हो गया, मुक्त हो गया। तो इस करके सतगुरु महाराज ने किन्ना ही शिकार खेडिया, किन्ने जीवां दा भला ही कीता। हुण आपां बराबरी करिए कि महाराज ने शिकार खेडिया। महाराज ने तो जिहदे तीर मारता वो सीधा सचखंड नूं भेज दिंदे आ, ते आपां ने कित्थे जाना? ना आपां सचखंडीए हाँ, ना आपां किसी नूं भेज सकते हैं। ब्रह्म ज्ञानी सदा समदर्शी, ब्रह्म ज्ञानी की जिहड़ी बिरती हुंदी है समदर्श हुंदी है। इक्को जिही सम तो भाव बराबर, दर्शी तो भाव देखना, इक्को जिही देखदे सारियां नूं। बच्चा, बुढ़ा, जवान, पशु, पंछी, दरख्त, हरेक चीज़ का ध्यान रखना, किसी नाल वैर नहीं करना मन दे अंदर। क्योंकि वैर तां करिए जे आपां नूं दूजा नज़र आउंदा होवे। जदों तुसीं आप ही बैठे नज़र आउंदे हो सारियां दे विच, तां मैं किहदे नाल वैर करां? मैनूं कोई माड़ा लगदा ही नहीं। रूह दर हर जिस्म गुरु गोबिंद सिंह, हरेक दे अंदर वाहिगुरु नजर आउंदा। ब्रह्म ज्ञानी की दृष्ट अमृत बरसी,
ਜਿਵੇਂ ਸਤਿਗੁਰੂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ, ਇਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਵੀ ਅੰਮ੍ਰਿਤ ਹੁੰਦਾ। ਹੁਣ ਇਹ ਚੀਜ਼ ਤਾਂ ਆਪਾਂ ਕਦੇ ਬ੍ਰਹਮ ਗਿਆਨੀ ਨੂੰ ਕਿਸੇ ਨੂੰ ਮਿਲੇ ਹੀ ਨਹੀਂ ਹੈ, ਤੇ ਹੁਣ ਕੀ ਦੱਸੀਏ ਵੀ ਉਹਦੀ ਦ੍ਰਿਸ਼ਟੀ 'ਚ ਅੰਮ੍ਰਿਤ ਹੁੰਦਾ ਕਿਵੇਂ। ਸੋ ਜਿਵੇਂ ਕੋਈ ਬੰਦਾ ਕਹਿਣ ਲੱਗਿਆ ਮਹਾਤਮਾ ਨੂੰ ਵੀ ਮੈਂ ਜਿਹੜਾ ਅੰਮ੍ਰਿਤ ਰਸ ਹੈ ਇਹਦਾ ਆਨੰਦ ਦੇਖਣਾ ਕੈਸਾ ਹੁੰਦਾ। ਪਾਣੀ ਦਾ ਗਲਾਸ ਲਿਆਂਦਾ, ਮਹਾਤਮਾ ਨੇ ਪਾਣੀ ਵੱਲ ਨੂੰ ਨਿਗਾਹ ਕਰ ਦਿੱਤੀ ਆਪਣੀ, ਕੁਝ ਦੇਰ ਤੱਕਦੇ ਰਹੇ, ਕਹਿੰਦੇ ਲੈ ਵੀ ਪੀ ਲੈ ਇਹਨੂੰ। ਪਾਣੀ ਪੀਣ ਦੇ ਨਾਲ ਹੀ ਉਹਨੂੰ ਇੰਨਾ ਰਸ ਆਇਆ ਕਿ ਉਹ ਬੰਦਾ ਆਨੰਦ ਵਿੱਚ ਲੀਨ ਹੋ ਗਿਆ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ 'ਚ ਇੰਨਾ ਅੰਮ੍ਰਿਤ ਹੈ ਕਿ ਜੇ ਉਹ ਮਨ ਕਰਕੇ ਕਿਸੇ ਵੱਲ ਤੱਕ ਲੈਣ ਤਾਂ ਨਾਨਕ ਨਦਰੀ ਨਦਰ ਨਿਹਾਲ ਤੱਕ ਲੈ ਜਾਂਦੇ ਨੇ। ਜੇ ਕਿਸੇ ਰੋਗੀ ਵੱਲ ਦੇਖ ਲੈਣ, ਰੋਗੀ ਦਾ ਰੋਗ ਉਡਾ ਦਿੰਦੇ ਨੇ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੁੰਦਾ ਹੈ, ਪਰ ਉਹ ਕਿਸੇ ਕਿਸੇ ਤੇ ਵਿਸ਼ੇਸ਼ ਕਿਰਪਾ ਕਰਦੇ ਨੇ। ਜਿਵੇਂ ਖਾਸ ਹੀ ਕੋਈ ਮਿਹਰ ਹੋ ਜਾਏ ਤਾਂ, ਜਿਵੇਂ ਕੋਈ ਕਹੇ ਸੰਕਲਪ ਕਰ ਲਿਆ ਕਿਸੇ ਗੁਰਸਿੱਖ ਨੇ ਵੀ 68 ਤੀਰਥਾਂ ਤੇ ਜਾ ਕੇ ਮੈਂ ਵੀ ਇਸ਼ਨਾਨ ਕਰਕੇ ਆਵਾਂ। ਬ੍ਰਹਮ ਗਿਆਨੀ ਅੰਤਰਜਾਮੀ ਹੁੰਦੇ ਨੇ, ਕਹਿੰਦੇ ਭਾਈ ਇਹ ਕੀ ਸੰਕਲਪ ਕਰ ਲਿਆ ਤੂੰ, ਸੁਣਿਆ 68 ਕਾ ਇਸ਼ਨਾਨ। ਕਹਿੰਦਾ ਬਾਜੀ ਐਵੇਂ ਫੁਰਨਾ ਬਣ ਗਿਆ ਮਨ ਦਾ, ਹੁਣ ਕੀ ਕਰਾਂ। ਕਹਿੰਦੇ ਭਾਈ ਗੁਰਸਿੱਖ ਨੂੰ ਤਾਂ ਜਾਣਾ ਨਹੀਂ ਚਾਹੀਦਾ, ਤੀਰਥ ਤਾਂ ਗੁਰਸਿੱਖ ਦਾ ਇਸ਼ਨਾਨ ਆਪ ਹੀ ਕਰਵਾ ਜਾਂਦੇ ਹੁੰਦੇ ਨੇ ਆ ਕੇ, ਜੇ ਇੱਛਾ ਕਰ ਲਵੇ। ਸੋ ਫਿਰ ਸਵੇਰੇ ਸਵੇਰੇ 2-3 ਦਾ ਟਾਈਮ ਸੀ, ਆਪਣੇ ਹੱਥ ਦੇ ਨਾਲ ਖੂਹ ਗੇੜਿਆ, ਹਲਟੀ ਗੇੜੀ, ਪਾਣੀ ਚਬੱਚੇ ਵਿੱਚ ਭਰ ਲਿਆ। ਚਬੱਚੇ ਦੇ ਵਿੱਚ ਉਸ ਵਕਤ ਨਿਗਾਹ ਕਰ ਦਿੱਤੀ, ਕੁਝ ਦੇਰ ਚੁੱਪ ਖੜ ਕੇ। ਕਹਿੰਦੇ ਲੈ ਭਾਈ 68 ਤੀਰਥ ਇੱਥੇ ਬੁਲਾ ਲੈਨੇ, ਇਹਦੇ 'ਚ ਚੁੱਭਾ ਲਾ ਲਾ। ਹੁਣ ਉਹਦੇ ਵਿੱਚ ਚੁੱਭਾ ਲਵਾ ਦਿੱਤਾ। ਕਹਿੰਦੇ ਪਾਣੀ ਕੱਢ ਦੇ ਬਸ, ਹੋਰ ਨਹੀਂ ਕਿਸੇ ਨੂੰ ਨਵਾ ਸਕਦੇ ਆਪਾਂ, ਕਿਉਂਕਿ ਤੇਰਾ ਸੰਕਲਪ ਸੀ, ਇਸ ਕਰਕੇ ਤੈਨੂੰ ਇਸ਼ਨਾਨ ਕਰਵਾ ਦਿੱਤਾ। ਤਾਂ ਤੇ ਬ੍ਰਹਮ ਗਿਆਨੀ, ਸਤਿਗੁਰੂ, ਅਕਾਲ ਪੁਰਖ, ਇਹ ਤਿੰਨਾਂ ਦਾ ਆਪਸ ਵਿੱਚ ਇੱਕੋ ਜਿਹੀ ਲਿੰਕ ਹੈ, ਹੋਵੇ ਸੰਪੂਰਨਤਾ ਵਾਲਾ ਬ੍ਰਹਮ ਗਿਆਨੀ। ਕਿਉਂਕਿ ਬ੍ਰਹਮ ਗਿਆਨ ਦੀਆਂ ਜਿਹੜੀਆਂ ਭੂਮਿਕਾਵਾਂ ਨੇ, ਸ਼ੁਭ ਇੱਛਾ, ਸ਼ੁਭ ਵਿਚਾਰਨਾ, ਤਨੂ ਮਾਨਸਾ, ਫਿਰ ਸਤਵਾ ਪਤ ਇਤਿਆਦਿਕ ਜਿਹੜੀਆਂ ਅੰਸ਼ ਸਕਤ, ਪਦਾਰਥਾ ਭਾਵਨੀ, ਤੁਰੀ ਅਵਸਥਾ, ਇਹ 7 ਭੂਮਿਕਾ ਬ੍ਰਹਮ ਗਿਆਨ ਦੀਆਂ ਨੇ। ਜਿਹੜਾ ਬੰਦਾ 7ਵੀਂ ਭੂਮਿਕਾ ਵਿੱਚ ਚਲਿਆ ਜਾਂਦਾ ਉਹਨੂੰ ਬ੍ਰਹਮ ਗਿਆਨੀ ਮੰਨਿਆ ਜਾਂਦਾ। ਸ਼ੁਭ ਇੱਛਾ ਵਾਲੇ ਤਾਂ ਆਪਾਂ ਸਾਰੇ ਬੈਠੇ ਹਾਂ, ਸ਼ੁਭ ਵਿਚਾਰਨਾ ਵੀ ਆਪਣੇ ਅੰਦਰ ਹੈ। ਫਿਰ ਉਸ ਤੋਂ ਬਾਅਦ ਜਿਹੜੀਆਂ ਤੀਜੀ ਸਟੇਜ ਹੈ, ਇਹ ਫਿਰ ਕਿਸੇ ਕਿਸੇ ਦੀ ਹੈ। ਚੌਥੀ ਅਵਸਥਾ ਬਹੁਤ ਘੱਟ ਬੰਦਿਆਂ ਦੀ ਹੈ, ਤਨੂ ਮਾਨਸਾ, ਮਨ ਦੀਆਂ ਵਾਸ਼ਨਾਵਾਂ ਦਾ ਪਤਲਾ ਹੋਣਾ, ਇਹ ਕਿਸੇ ਕਿਸੇ ਦੀਆਂ ਹੁੰਦੀਆਂ ਨੇ। ਚੌਥੀ ਅਵਸਥਾ ਵਿੱਚ ਸਤਵਾ ਪਤ, ਜਿਵੇਂ ਸੁੱਤਾ ਪਿਆ ਬੰਦਾ ਜਾਗ ਪੈਂਦਾ ਹੈ, ਇਸ ਤਰ੍ਹਾਂ ਮਨ ਦੀ ਅਵਸਥਾ ਨੇ ਜਾਗਰਤ ਅਵਸਥਾ ਵਿੱਚ ਆ ਜਾਣਾ, ਇਹਨੂੰ ਸਤਵਾ ਪਤ ਕਹਿੰਦੇ ਨੇ। ਤੋ ਇਹਦੇ ਨਾਲ ਅੰਸ਼ ਸਕਤ, ਮੋਹ ਅਤੇ ਹੰਕਾਰ ਦਾ ਦੂਰ ਹੋਣਾ, ਇਹ 5ਵੀਂ ਅਵਸਥਾ ਹੈ। ਇਹ ਤਾਂ ਕਿਸੇ ਦੀ ਨਹੀਂ ਆਉਂਦੀ ਆਪਣੀ, ਕੋਈ ਇੱਕ ਅੱਧਾ ਦੁਨੀਆ 'ਚ ਮਿਲਦਾ ਹੈ। 6ਵੀਂ ਅਵਸਥਾ ਜਿਹੜੀ ਆ ਪਦਾਰਥਾ ਭਾਵਨੀ, ਮਨ ਦੇ ਅੰਦਰੋਂ ਪਦਾਰਥਾਂ ਨੇ ਖਤਮ ਹੀ ਹੋ ਜਾਣਾ। ਇਹ 7ਵੀਂ ਅਵਸਥਾ ਹੈਗੀ ਤੁਰੀ ਅਵਸਥਾ। ਵਿਸਥਾਰ ਤਾਂ ਇਹਦਾ ਬਹੁਤ ਲੰਬਾ ਹੈ, ਪਰ ਆਪਾਂ ਇੰਨੇ 'ਚ ਹੀ ਸਾਰ ਲੈਂਦੇ ਹਾਂ। 7ਵੀਂ ਅਵਸਥਾ ਤੁਰੀ ਅਵਸਥਾ, ਜਿੱਥੇ ਜਾਗਰਤ, ਸੁਪਨ, ਸਖੋਪਤ ਤਿੰਨੇ ਹੀ ਖਤਮ ਹੋ ਜਾਂਦੀਆਂ ਨੇ, ਜਿੱਥੇ ਕੇਵਲ ਬ੍ਰਹਮ ਰੂਪ ਹੀ ਰਹਿ ਜਾਂਦਾ ਆਪ ਹੀ। ਜਦੋਂ 7ਵੀਂ ਅਵਸਥਾ ਦਾ ਮਾਲਕ ਬਣਦਾ ਹੈ ਤਾਂ ਉਹਨੂੰ ਕਹਿੰਦੇ ਨੇ ਸੰਪੂਰਨ ਬ੍ਰਹਮ ਗਿਆਨੀ, ਉਹਨੂੰ ਕਹਿੰਦੇ ਗੁਰਮੁਖ ਬ੍ਰਹਮ ਗਿਆਨੀ। ਉੱਥੇ ਜਦੋਂ ਚਲਿਆ ਜਾਂਦਾ ਤਾਂ ਉਹਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੋ ਜਾਂਦਾ। ਉਹ ਅੰਮ੍ਰਿਤ ਦ੍ਰਿਸ਼ਟੀ ਨਾਲ ਤੱਕ ਕੇ ਹੀ ਸਾਰੇ ਕਾਰਜ ਰਾਸ ਕਰਦਾ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਹਮੇਸ਼ਾ ਮਾਇਆ ਦੇ ਬੰਧਨਾਂ ਤੋਂ ਮੁਕਤ ਰਹਿੰਦਾ ਹੈ।
ਮਾਇਆ ਦੇ ਬੰਧਨਾਂ 'ਚ ਨਹੀਂ ਪੈਂਦਾ ਸੰਸਾਰੀ ਮਨੁੱਖਾਂ ਵਾਂਗੂ। ਅਸਲ ਵਿੱਚ ਇਹ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਗੱਲ ਤਾਂ ਸੱਚੀ ਹੈ। ਇਹ ਪਰ ਕਲਯੁਗ ਹੈ ਨਾ, ਕਲਯੁਗ ਦੇ ਸਮੇਂ ਵਿੱਚ ਅੱਜ ਦੇ ਲੋਕ ਜਿਹੜੇ ਕਈ ਨਕਲੀ ਬਣ ਜਾਂਦੇ ਨੇ ਮਹਾਤਮਾ, ਬੋਤਲ ਪਾਣੀ ਵਾਲੀ ਬੋਤਲ 'ਚ ਫੂਕ ਮਾਰ ਦੇਣਗੇ, ਲੈ ਬਣ ਗਿਆ ਅੰਮ੍ਰਿਤ। ਇੱਕ ਡੇਰੇ 'ਚ ਸਾਧੂ ਨੇ ਆਪਣੇ ਨਲਕੇ 'ਚ ਹੀ ਫੂਕ ਮਾਰਤੀ, ਕਹਿੰਦਾ ਸਾਰਾ ਹੀ ਅੰਮ੍ਰਿਤ ਬਣਾਤਾ ਮੈਂ। ਇੱਕ ਨੇ ਖੂਹ 'ਚ ਹੀ ਪਾਤੀ ਪਾਣੀ ਜੂਠਾ ਆਪਣਾ, ਇਹ ਬਣਾਤਾ ਅੰਮ੍ਰਿਤ। ਲੋਕ ਪਾਗਲ ਹੋ ਡਿੱਗਦੇ ਫਿਰਦੇ ਨੇ। ਇਹ ਕਈ ਚੀਜ਼ਾਂ ਨਕਲੀ ਵੀ ਸ਼ੁਰੂ ਹੋ ਜਾਂਦੀਆਂ, ਫਿਰ ਅਸਲੀ ਦੇ ਨਾਲ ਨਾਲ ਨਕਲੀ ਜਨਮ ਲੈਂਦੀਆਂ। ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਬਹੁਤ ਸਾਰੇ ਲੋਕ ਐਸਾ ਕਰਮ ਕਰ ਵੀ ਲੈਂਦੇ ਨੇ। ਹੁੰਦਾ ਤਾਂ ਹੈ, ਪਰ ਨਕਲੀ ਲੋਕ ਜਿਹੜੇ ਨੇ ਉਹ ਗੁੰਮਰਾਹ ਬਹੁਤ ਕਰਦੇ ਸਾਰਿਆਂ ਨੂੰ। ਇਸ ਕਰਕੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਾਈਓਂ ਤਿਆਰ ਕਰਵਾਇਆ, ਕਿਉਂਕਿ ਮਹਾਰਾਜ ਆਪ ਚਰਨ ਪਹੁਲ ਦਿੰਦੇ ਸੀ। ਫਿਰ ਮਹਾਰਾਜ ਨੇ ਵਿਚਾਰਿਆ ਕਿ ਜੇ ਇਹ ਆਪਾਂ ਮਰਿਆਦਾ ਇਸ ਤਰ੍ਹਾਂ ਹੀ ਰੱਖੀ, ਇਹ ਤਾਂ ਹਰੇਕ ਹੀ ਆਪਣੇ ਪੈਰ ਧੋ ਕੇ ਪਿਆਉਣ ਲੱਗ ਜਾਊਗਾ, ਹਰੇਕ ਹੀ ਉੱਠ ਖੜਿਆ ਕਰੂਗਾ, ਆਓ ਜੀ ਮੈਂ ਤੁਹਾਨੂੰ ਅੰਮ੍ਰਿਤ ਛਕਾਵਾਂ, ਫਿਰ ਤਾਂ ਹਰੇਕ ਹੀ ਲੱਗ ਜਾ ਕਰੇਗਾ। ਇਸੇ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਹੁਣ ਬਖਸ਼ਿਸ਼ ਕੀਤਾ ਹੈ ਮਹਾਰਾਜ ਨੇ। ਜਿਹੜੀ 5 ਪਿਆਰਿਆਂ ਦੀ ਦ੍ਰਿਸ਼ਟੀ ਹੈ, 5 ਸਿੰਘਾਂ ਦੀਆਂ 10 ਅੱਖਾਂ ਨੇ ਜਿਹੜੀਆਂ, ਇਹ 10 ਗੁਰਾਂ ਦੇ ਨੇਤਰ ਮੰਨੇ ਜਾਂਦੇ ਨੇ। 5 ਸਿੰਘਾਂ ਦੇ 10 ਹੱਥ ਹੁੰਦੇ ਨੇ, ਇਹ 10 ਗੁਰਾਂ ਦੇ ਹੱਥ ਮੰਨੇ ਜਾਂਦੇ ਨੇ। ਦ੍ਰਿਸ਼ਟੀ ਜਿਹੜੀ ਆ ਉਸ ਵਕਤ ਗੁਰੂ ਗ੍ਰੰਥ ਸਾਹਿਬ ਦੀ ਪੈ ਰਹੀ ਹੁੰਦੀ ਅੰਮ੍ਰਿਤ ਦੇ ਉੱਤੇ, ਤੇ 5 ਪਿਆਰਿਆਂ ਵਿੱਚ ਪ੍ਰਵੇਸ਼ ਹੋ ਕੇ 10ਵੇਂ ਪਾਤਸ਼ਾਹ ਉਹਦੇ ਵਿੱਚ ਦੀ ਦ੍ਰਿਸ਼ਟੀ ਕਰਦੇ ਨੇ, ਤਾਂ ਉਹ ਇੰਨਾ ਅੰਮ੍ਰਿਤ ਬਹੁਤ ਹੀ ਪ੍ਰਭਾਵਸ਼ਾਲੀ ਬਣਦਾ ਹੈ, ਕਿਉਂਕਿ ਮਹਾਰਾਜ ਦੀ ਨਿਗਾਹ ਹੈ। ਫਿਰ ਗੁਰਬਾਣੀ ਪੜ੍ਹਨੀ ਹੈ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਦੀ ਜਿੰਨੀਆਂ ਵੀ ਜੁਗਤੀਆਂ ਨੇ ਉਹ ਪਵਿੱਤਰਤਾ ਵਾਲੀਆਂ ਹੁੰਦੀਆਂ ਨੇ। ਕੋਈ ਗਲਤ ਕੰਮ ਨਹੀਂ ਕਰਨਗੇ, ਛੇਤੀ ਕਰਦੇ ਹੀ ਨਹੀਂ, ਕਿਉਂਕਿ ਉਹ ਸੋਝੀ ਵਾਲੇ ਹੀ ਇੰਨੇ ਹੁੰਦੇ ਨੇ, ਸਿਆਣੇ ਹੀ ਇੰਨੇ ਹੁੰਦੇ ਨੇ, ਕਿਉਂ ਉਹਨਾਂ ਦੇ ਅੰਦਰ ਬ੍ਰਹਮ ਗਿਆਨ ਹੈ। ਜਿਸ ਵਕਤ ਰਾਮ ਰਾਏ ਜੀ ਨਰੰਗੇ ਦੇ ਕੋਲ ਗਏ, ਨਰੰਗੇ ਨੇ 7ਵੇਂ ਪਾਤਸ਼ਾਹ ਨੂੰ ਬੁਲਾਇਆ ਸੀ। ਮਹਾਰਾਜ ਕਹਿਣ ਲੱਗੇ ਰਾਮ ਰਾਏ ਤੁਸੀਂ ਜਾਓ, ਅਸੀਂ ਨਹੀਂ ਜਾਣਾ। ਰਾਮ ਰਾਏ ਜੀ ਗਏ, ਨਰੰਗੇ ਨੇ ਦੇਖਿਆ ਵੀ ਪਰਖ ਲੈਣੀ ਚਾਹੀਦੀ ਇਹਨਾਂ ਦੀ। ਨਰੰਗੇ ਨੇ ਕੀ ਕੀਤਾ, ਸੀ ਤਾਂ ਪਾਪੀ ਕਿਸਮ ਦਾ ਬੰਦਾ ਉਹਨਾਂ ਨੇ ਸਤਿਗੁਰੂ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਪਤਾ ਨਹੀਂ ਕਿੱਥੋਂ ਪੱਤਰੇ ਮੰਗਵਾ ਲਏ, ਪੰਨੇ ਮੰਗਵਾ ਕੇ ਥੱਲੇ ਰੱਖ ਕੇ ਉੱਤੇ ਚਾਦਰ ਵਿਛਾ ਕੇ ਕਹਿੰਦੇ ਰਾਮ ਰਾਏ ਜੀ ਨੂੰ ਜਦੋਂ ਆਏ ਕਹਿੰਦੇ ਇੱਥੇ ਬੈਠੋ ਜੀ, ਕਹਿੰਦੇ ਦੇਖਦੇ ਇਹਨੂੰ ਪਤਾ ਲੱਗਦਾ ਕਿ ਨਹੀਂ। ਰਾਮ ਰਾਏ ਜੀ ਨੇ ਆਪਣੇ ਹੱਥੀਂ ਉਹ ਚਾਦਰ ਚੁੱਕ ਦਿੱਤੀ ਤੇ ਗੁਰੂ ਗ੍ਰੰਥ ਸਾਹਿਬ ਦਾ ਪੰਨਾ ਉੱਥੋਂ ਚੁੱਕ ਲਿਆ। ਕਹਿੰਦੇ ਰੰਗੇ ਇਹ ਕੰਮ ਨਾ ਕਰ, ਗੁਰਬਾਣੀ ਤੋਂ ਅਸੀਂ ਸਾਰਾ ਕੁਝ ਲੈਂਦੇ ਹਾਂ, ਤੂੰ ਗੁਰਬਾਣੀ ਦੀ ਬੇਅਦਬੀ ਨਾ ਕਰ। ਕਹਿੰਦਾ ਜੀ ਮੈਂ ਤਾਂ ਦੇਖਣਾ ਹੀ ਚਾਹੁੰਦਾ ਸੀ ਤੁਹਾਨੂੰ, ਕਿਉਂਕਿ ਬ੍ਰਹਮ ਗਿਆਨੀ ਦੀ ਜਿੰਨੀ ਵੀ ਜੁਗਤੀ ਹੁੰਦੀ ਹੈ, ਉਦੋਂ ਤਾਂ ਸਤਿਗੁਰੂ ਜੀ ਨੇ ਬਹੁਤ ਕੁਝ ਦਿੱਤਾ ਸੀ ਰਾਮ ਰਾਏ ਨੂੰ। ਇਹ ਤਾਂ ਗਲਤੀ ਕਰ ਗਿਆ ਮਾੜੀ ਜੀ, ਤਾਂ ਖੋਹ ਲਿਆ ਸਾਰਾ ਕੁਝ, ਨਹੀਂ ਤਾਂ ਜਿੰਨੀ ਬਖਸ਼ਿਸ਼ ਕੀਤੀ ਸੀ ਮਹਾਰਾਜ ਨੇ ਕੋਈ ਅੰਤ ਨਹੀਂ ਸੀ। ਸੋ ਸਤਿਗੁਰੂ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦੀ ਜਿੰਨੀ ਵੀ ਜੁਗਤੀ ਹੁੰਦੀ ਨਿਰਮਲ ਹੁੰਦੀ ਹੈ। ਜਦੋਂ 30,000 ਲੜਕੀ ਛੁਡਵਾਈ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਤੋਂ, ਤਾਂ ਉਸ ਵਕਤ ਚੰਬੇ ਵਾਲੇ ਰਾਜੇ ਦੀ ਦੋਹਤਰੀ ਜਿਹੜੀ ਪਦਮਣੀ ਜਾਤੀ ਵਿੱਚੋਂ ਸੀ, ਇਸਤਰੀਆਂ ਵਿੱਚੋਂ ਅਤੀ ਸੁੰਦਰ ਸੀ, ਬਹੁਤ ਸੁੰਦਰ ਹੋਣ ਕਰਕੇ ਬਾਕੀ ਤਾਂ ਸਾਰੀਆਂ ਉਹਨਾਂ ਦੇ ਘਰੋਂ ਘਰੀ ਭੇਜ ਦਿੱਤੀਆਂ। ਸਿੰਘ ਕਹਿਣ ਲੱਗੇ ਬਾਬਾ ਦੀਪ ਸਿੰਘ ਜੀ ਨੂੰ ਕਿ ਇਹ ਜਿਹੜੀ ਚੰਬੇ ਵਾਲੇ ਰਾਜੇ ਦੀ ਦੋਹਤਰੀ ਹੈ, ਇਹਨੂੰ ਤੁਸੀਂ ਛੱਡ ਕੇ ਆਓ, ਨਹੀਂ ਜਾਣੀਏ ਕਿਸੇ ਦਾ ਮਨ ਮੈਲਾ ਹੋ ਜਾਏ, ਅਤੀ ਸੁੰਦਰ ਹੈ। ਬਾਬਾ ਜੀ ਕਹਿਣ ਲੱਗੇ ਮੈਂ ਜਾਵਾਂਗਾ ਜ਼ਰੂਰ ਛੱਡਣ, ਪਰ 5 ਸਿੰਘ ਮੇਰੇ ਨਾਲ ਜਾਣਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਰੀਤੀ ਨਿਰਮਲ ਹੈ ਗੁਰਸਿੱਖਾਂ ਦੀ, ਨਿਰਮਲ ਰੀਤੀਆਂ ਹਨ ਗੁਰਸਿੱਖਾਂ ਦੀਆਂ। ਕਿ ਭਾਈ ਮੈਂ ਕਲਗੀਧਰ ਮਹਾਰਾਜ ਨੇ ਕਿਹਾ 5 ਸਿੰਘ ਕਿਲਾ ਰੂਪ ਹੁੰਦੇ ਨੇ। ਜਿਹੜਾ ਬੰਦਾ 5 ਸਿੰਘਾਂ ਦੀ ਸ਼ਰਨ ਲੈਂਦਾ ਹੈ, 5 ਸਿੰਘਾਂ ਨੂੰ ਨਾਲ ਰੱਖਦਾ ਹੈ ਜਾਂ ਸੰਗਤ ਵਿੱਚ ਬੈਠਦਾ ਹੈ, ਉਹ ਕਿਲੇ ਦੇ ਵਿੱਚ ਬੈਠਾ ਹੈ, ਉਹਨੂੰ ਕੋਈ ਡਰ ਨਹੀਂ ਹੈ। ਜਿਹੜਾ ਬੰਦਾ ਕੋਈ ਇਕੱਲਾ ਗੱਲ ਕਰਦਾ ਉਹ ਗਲਤੀ ਕਰ ਸਕਦਾ, ਭਾਵੇਂ ਵੀ ਮਹਾਂਪੁਰਸ਼ ਬ੍ਰਹਮ ਗਿਆਨੀ ਸਨ,
पर मर्यादा सिखाउण वास्ते ब्रह्म ज्ञानी की निर्मल युगता, ब्रह्म ज्ञानी की युगती बड़ी निर्मल हुंदी है। कदे यही जी गल नहीं करनगे जिहदे च मैल होवे। ब्रह्म ज्ञानी का भोजन ज्ञान। हुण ब्रह्म ज्ञानी छकदे की ने? बाबा दीप सिंह जी 110 पाठ जपजी साहब दे रोज़ करने, 5 ग्रंथी का नितनेम, 7 बाणियां का वखरा, गुरु ग्रंथ साहिब के सरूप लिखने, संथ्या करवाउणी, कथा सिखाउणी, 22-22 घंटे जागना, 23 घंटे तक भी जाग लेंदे सी, क्योंकि अवस्था बहुत उच्ची है ना, नींद तो हुंदी नहीं। पर आप जी हमेशा बस बाहर जाना, घूमन फिरन, कच्चे बेर उत्थे बाहर खा आने, 5, 10, 20, 50 बेर जिन्ने खाने खा के जल छकिया आके बैठ, फिर भगती करनी। ਸਿੰਘਾਂ ने कहना महाराज जी आप जी लंगर छकते ही नहीं। तो महापुरुष कह देंगे ब्रह्म ज्ञानी का भोजन ज्ञान। कहते भाई बस नाम ही साडा भोजन है। थाल विच 3 वस्तु पईओ, सत संतोख विचारो, अमृत नाम ठाकुर का पयो, जिसका सब सधारो, जे को खावै जे को पुंचै, तिसका होए उधारो, यह वस्त तजी नह जाई, नित नित रखो रतारो। रोज रोज इनू धारण करके रखो। गुरु नानक देव जी महाराज नूं माता जी ने कहना प्रसादा नहीं छकदे। आप जी जदों प्रसादा बना के लियाउने जवाब दे दिंदे हो। महाराज सच्चे पातशाह कहने प्रसादा तो माता जी मैं छक रहा हाँ। कहने मैनू तो पुत्र जी तुहाडा प्रसादा नज़र नहीं आता है। महाराज कहने लो तुसी भी छक लो तो मैं भी छकदा। सतनाम श्री वाहेगुरु साहिब, सतनाम श्री वाहेगुरु साहिब जी, सतनाम श्री वाहेगुरु, सतनाम श्री वाहेगुरु साहिब जी, सतनाम श्री वाहेगुरु साहिब जी। ये प्रसादा है, नाम का भोजन। अखंड कीर्तन 3 भोजन चूरा। रब्बी नाम जपण वालियां नूं, रब्बी ज्ञान वालियां नूं नाम ही भोजन है। गुरु नानक देव जी नूं भुख नहीं लगती भाई मरदाना सवेरे जां फिर दोपहरे भुख लगती, फिर कहना रोटी खवाओ, शाम नूं आखे रोटी खवाओ। एक दिन कहन लग्या महाराज तुसी की है या खादा होया, तुसी की छकदे हो, तुहानूं भुख नहीं लगती? महाराज गुरु नानक देव जी कहन लगे मरदानिया नाम का आधार है, सानू नाम का आधार। फिर महाराज कहने जदों कोई सिख गुरु का प्यारा, साडा प्यारा, बड़े प्यार नाल लंगर तैयार करता है, जदों मरदानिया पहली बुरकी पाउण तो पहला वो कहता है धन गुरु नानक देव साहब महाराज। कहने मरदानिया वो बुरकी का आधार साडे तक आ जाता है। हजारां लखां गुरसिख रोटी खाण तो पहला जदों साडा नाम लैंदे ने सूखम रूप दे विच वो भोजन सानू मिल जाता है। इस करके सानू भुख नहीं लगती। नानक ब्रह्म ज्ञानी का ब्रह्म ध्यान। ब्रह्म ज्ञानी का ध्यान ब्रह्म विच ही रहिंदा, उहदा ध्यान ब्रह्म वाला ही हुंदा है। पंचां का गुर एक ध्यान। ये पंच उही ब्रह्म ज्ञानी का नाम ही है। पंच प्रवाण, पंच प्रधान, पंचे पाव है दरग है मान, पंचे सोह है दर राजान, पंचां का गुर एक ध्यान। इस करके ब्रह्म ज्ञानी है। ब्रह्म ज्ञानी एक ऊपर आस, बब्बा पैर चरारा, हाहा ते ममा ब्रह्म। ये ब्रह्म ब्रह्म कह के लंघ जाने। ब्रह्म जो ब्रह्म हुंदा ये तो बब्बे दे पैर चरारा ते मम्मे नाल ही ब्रह्म बन जाता। ब्रह्म ज्ञानी, ब्रह्म ज्ञानी, ब्रह्म ज्ञानी। हाहा ये हाहा छड्डना नहीं। ब्रह्म ज्ञानी एक ऊपर आस। ब्रह्म ज्ञानी की हमेशा एक वाहिगुरु उत्ते ही आस है। वो दूजे उत्ते आस नहीं लाउंदे किसी उत्ते, क्योंकि है ही सारे किते ब्रह्म। ब्रह्म ज्ञानी का नहीं विनाश। ब्रह्म ज्ञानी किते जांदे नहीं। जे कई वो चढ़ाई कर गया हुण तो इत्थे नहीं है, वो शरीर करके दिखणों हट गया, पर है तो इत्थे ही है।
ਇਹ ਤਾਂ ਥੋੜੀ ਜਿਹੀ ਉੱਚੀਆਂ ਅਵਸਥਾ ਵਾਲਿਆਂ ਨੂੰ ਪਤਾ ਲੱਗ ਜਾਂਦਾ ਕਿ ਬ੍ਰਹਮ ਗਿਆਨੀ, ਇਹ ਬ੍ਰਹਮ ਗਿਆਨੀ ਕਿਤੇ ਥੋੜੀ ਜਾਂਦੇ ਆ। ਬ੍ਰਹਮ ਗਿਆਨੀ ਤਾਂ ਸਟੇਜ ਤੇ ਹੀ ਬੈਠੇ ਹੁੰਦੇ, ਕਥਾ ਸੁਣੀ ਜਾਂਦੇ ਰਹਿੰਦੇ ਆ। ਤਾਂ ਵੀ ਮੇਰੀ ਗੱਲ ਨੂੰ ਤੁਸੀਂ ਗੱਪ ਹੀ ਮੰਨਣਾ, ਪਰ ਜਿਹੜਾ ਕੋਈ ਦਿਵ ਦ੍ਰਿਸ਼ਟੀ ਵਾਲਾ ਬੈਠਾ ਹੋਣਾ ਉਹ ਪਤਾ ਲੱਗ ਜਾਂਦਾ। ਗੱਲ ਕਰਨੀ ਤਾਂ ਨਹੀਂ ਚਾਹੀਦੀ, ਪਰ ਇਹ ਹੈ ਵੀ ਕਈ ਗੁਰਸਿੱਖ ਵਿੱਚ ਦਿਵ ਦ੍ਰਿਸ਼ਟੀ ਵਾਲੀ ਕਦੇ ਕਦੇ ਬਹਿ ਜਾਂਦੇ, ਉਹ ਦੱਸ ਵੀ ਦਿੰਦੇ ਆ ਵੀ ਅੱਜ ਇੰਨੇ ਮਹਾਤਮਾ ਬੈਠੇ ਸੀ ਜਾਂ ਇੰਨੀਆਂ ਫੌਜਾਂ ਕਥਾ ਸੁਣਦੀਆਂ ਨੇ। ਉਹਨਾਂ ਨੂੰ ਵੀ ਇੱਛਾ ਰਹਿੰਦੀ ਹੈ ਕੀਰਤਨ ਸੁਣਨ ਦੀ, ਕਥਾ ਸੁਣਨ ਦੀ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਇੱਕ ਵਾਰ ਨਾਲ ਦੇ ਸਿੰਘਾਂ ਨੂੰ ਕਹਿੰਦੇ, ਸਿੰਘ ਕਹਿੰਦੇ ਜੀ ਸ਼ਹੀਦ ਸਿੰਘ ਵੀ ਕੀਰਤਨ ਕਰਦੇ ਸੁਣਦੇ ਆ? ਕਹਿੰਦੇ ਹਾਂ। ਕਹਿੰਦੇ ਸਾਨੂੰ ਵੀ ਕਿਤੇ ਸੁਣਾਓ ਕੀਰਤਨ ਉਹਨਾਂ ਦਾ। ਕਹਿੰਦੇ ਸੰਗਾ ਸਵੇਰੇ ਸਵੇਰੇ ਆਇਓ 3 ਵਜੇ। ਰਾਗੀ ਸਿੰਘ ਬੁਲਾ ਲਏ, ਇਕੱਲੇ ਹੀ ਆ ਗਏ। ਜਦੋਂ ਕੀਰਤਨ ਦਰਬਾਰ ਸਾਹਿਬ ਦੇ ਵਿੱਚ ਮਸਤੂਆਣੇ ਕਰਨ ਲੱਗੇ, ਕਰੀ ਗਏ। ਕਹਿੰਦੇ ਇੱਕਦਮ ਕਹਿੰਦੇ ਬੰਦ ਹੋ ਜਾਓ, ਚੁੱਪ ਕਰ ਜਾਓ। ਜਦੋਂ ਚੁੱਪ ਕਰ ਗਏ ਤਾਂ ਵੀ ਆਵਾਜ਼ ਆਈ ਜਾਵੇ। ਕਹਿੰਦੇ ਕਿਉਂ? ਸੁਣ ਲਿਆ ਨਾ? ਇਹ ਵੀ ਨਾਲ ਨਾਲ ਬੋਲਦੇ ਰਹਿੰਦੇ ਤੁਹਾਡੇ। ਜਿਹੜੀਆਂ ਰੂਹਾਂ ਨੇ, ਅੱਛੀਆਂ ਰੂਹਾਂ ਨੇ, ਕਿ ਉਹਨਾਂ ਦੀ ਖੁਰਾਕ ਨਹੀਂ ਹੈ ਗੁਰਬਾਣੀ? ਉਹਨਾਂ ਦੀ ਵੀ ਖੁਰਾਕ ਗੁਰਬਾਣੀ ਹੋਈ ਹੈ। ਸਰੀਰ ਵਿੱਚ ਰਹਿੰਦਿਆਂ ਵੀ ਰੂਹ ਦੀ ਖੁਰਾਕ ਬਾਣੀ ਹੈ, ਤੇ ਰੂਹ ਦੀ ਖੁਰਾਕ ਸਰੀਰ ਛੱਡਣ ਤੋਂ ਬਾਅਦ ਇਹ ਵੀ ਗੁਰਬਾਣੀ ਹੈ।